ਦੋਸਤੋ ਕੈਨ ਪੰਜਾਬ ਮੀਡੀਆ ਤੇ ਤੁਹਾਡਾ ਸਵਾਗਤ ਹੈ। ਪਿਆਰ ਭਰੀ ਸਤਿ ਸ੍ਰੀ ਅਕਾਲ। ਪੇਸ਼ ਹੈ ਅੱਜ ਦੀਆਂ ਕੁਝ ਖਾਸ ਖਬਰਾਂ ਕੈਨੇਡਾ ਤੋਂ, ਭਾਰਤ ਤੋਂ, ਵਿਸ਼ਵ ਭਰ ਤੋਂ। ਖਬਰਾਂ ਪੇਸ਼ ਕਰਨ ਤੋਂ ਪਹਿਲਾਂ ਦੋ ਵਿਚਾਰਾਂ ਦੀ ਸਾਂਝ ਤੁਹਾਡੇ ਨਾਲ ਪਾਵਾਂਗੇ ਕਿ ਕੈਨ ਪੰਜਾਬ ਮੀਡੀਆ ਲਗਾਤਾਰ ਤੁਹਾਡੀ ਸੇਵਾ ਵਿੱਚ ਅਲੱਗ-ਅਲੱਗ ਜਿਹੜੇ ਪਲੇਟਫਾਰਮਾਂ 'ਤੇ ਸੇਵਾਵਾਂ ਲੈ ਕੇ ਹਾਜ਼ਰ ਹੋ ਰਿਹਾ ਆ। ਜੇ ਤੁਹਾਨੂੰ ਸਾਡਾ ਪ੍ਰੋਗਰਾਮ ਚੰਗਾ ਲੱਗਦਾ ਹੋਵੇ ਤੁਸੀਂ ਪ੍ਰੋਗਰਾਮ ਨੂੰ ਸਬਸਕ੍ਰਾਈਬ ਕਰ ਸਕਦੇ ਜੇ, ਆਪਣੇ ਵਿਚਾਰ ਸਾਡੇ ਤੱਕ ਪਹੁੰਚਾ ਸਕਦੇ ਜੇ। ਕੈਨ ਪੰਜਾਬ ਮੀਡੀਆ ਦੀਆਂ ਜਿਹੜੀਆਂ ਅਪਡੇਟ ਖਬਰਾਂ ਹੈਗੀਆਂ ਨੇ ਕੈਨ ਪੰਜਾਬ ਮੀਡੀਆ ਦੇ ਵੈਬਸਾਈਟ ਦੇ ਉੱਤੇ ਵੀ ਤੁਸੀਂ ਜਾ ਕੇ ਪੜ੍ਹ ਸਕਦੇ ਹੋ, canpunjab.com। ਸੋ ਜਿਹੜਾ ਫੇਸਬੁੱਕ ਪੇਜ ਹੈਗਾ ਉਸ ਦੇ ਉੱਪਰ ਅਸੀਂ ਲੇਟੈਸਟ ਖਬਰਾਂ ਜਿਹੜੀਆਂ ਅਪਡੇਟ ਕਰਦੇ ਹਾਂ, ਤੁਸੀਂ ਉੱਥੇ ਜਾ ਕੇ ਵੀ ਖਬਰਾਂ ਦੀ ਅਪਡੇਟ ਲੈ ਸਕਦੇ ਹੋ। ਅਲੱਗ-ਅਲੱਗ ਤਰ੍ਹਾਂ ਦੀ ਜਾਣਕਾਰੀ ਜਿਹੜੀ ਅਸੀਂ ਪ੍ਰੋਵਾਈਡ ਕਰ ਰਹੇ ਹਾਂ। ਅੱਜ ਦੀਆਂ ਖਬਰਾਂ ਵਿੱਚ ਪਹਿਲੀ ਖਬਰ, ਜਿਸ ਤਰ੍ਹਾਂ ਅਸੀਂ ਤੁਹਾਨੂੰ ਕਿਹਾ ਸੀ ਕਿ ਕਿਸਾਨ ਸੰਘਰਸ਼ ਨਾਲ ਜੁੜੀ ਹੋਈ ਖਬਰ ਅਸੀਂ ਪਹਿਲ ਦੇ ਆਧਾਰ 'ਤੇ ਲਿਆ ਕਰਾਂਗੇ। ਸੋ ਕਿਸਾਨ ਸੰਘਰਸ਼ ਨਾਲ ਜੁੜੀ ਹੋਈ ਖਬਰ ਆ ਕਿ ਜਿਹੜਾ ਕਿ ਕਿਸਾਨ ਆਗੂਆਂ ਨੇ ਪਹਿਲਾਂ ਐਲਾਨ ਕੀਤਾ ਸੀਗਾ ਲਖੀਮਪੁਰ ਖੀਰੀ ਦੀ ਹਿਰਦੇ ਵਿਦਿਅਕ ਘਟਨਾ ਤੋਂ ਬਾਅਦ ਕਿ ਸਮੁੱਚੇ ਭਾਰਤ ਭਰ ਵਿੱਚ ਦੁਸਹਿਰੇ ਵਾਲੇ ਦਿਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹੋਰ ਵੱਡੇ ਆਗੂਆਂ ਦੇ ਪੁਤਲੇ ਸਾੜੇ ਜਾਣਗੇ। ਇਸ ਰੋਜ਼ ਵਜੋਂ ਜਿਹੜੇ 3 ਕਾਨੂੰਨ ਹੈਗੇ ਆ ਉਹਨਾਂ ਦੀ ਵਾਪਸੀ ਲਈ, ਅਤੇ ਇਸ ਤੋਂ ਇਲਾਵਾ ਜੋ ਲਖੀਮਪੁਰ ਖੀਰੀ ਦੇ ਵਿੱਚ ਕਿਸਾਨ ਜੋ ਮਾਰੇ ਗਏ ਸੀਗੇ ਉਹਦੇ ਸੰਬੰਧ ਵਿੱਚ ਮੰਤਰੀ ਅਜੇ ਮਿਸ਼ਰਾ ਦੀ ਜਿਹੜੀ ਬਰਖਾਸਤੀ ਦੀ ਮੰਗ ਜਿਹੜੀ ਅਜੇ ਬਾਕੀ ਪਈ ਹੈਗੀ ਆ। ਹੋਰ ਕੁਛ ਮੰਗਾਂ ਜਿਹੜੀਆਂ ਉਸ ਘਟਨਾ ਨਾਲ ਸੰਬੰਧਿਤ ਸਰਕਾਰ ਨੇ ਹਾਲੇ ਤੱਕ ਨਹੀਂ ਮੰਨੀਆਂ, ਉਹਨਾਂ ਨੂੰ ਪੂਰਾ ਕਰਵਾਉਣ ਲਈ ਬਕਾਇਦਾ ਇਹ ਰੋਸ ਜਿਹੜਾ ਸੀਗਾ ਪ੍ਰਗਟਾਉਣਾ ਸੀਗਾ। 15 ਅਕਤੂਬਰ ਨੂੰ ਦੁਸਹਿਰੇ ਵਾਲੇ ਦਿਨ ਜੋ ਪੁਤਲੇ ਸਾੜਨ ਦਾ ਪ੍ਰੋਗਰਾਮ ਸੀਗਾ, ਹੁਣ ਕਿਸਾਨ ਆਗੂਆਂ ਨੇ ਫੈਸਲਾ ਕੀਤਾ ਕਿ ਦੁਸਹਿਰੇ ਵਾਲੇ ਦਿਨ ਨਹੀਂ, ਅਗਲੇ ਦਿਨ 16 ਅਕਤੂਬਰ ਨੂੰ ਦੇਸ਼ ਭਰ ਵਿੱਚ ਜਿਹੜੇ ਭਾਜਪਾ ਦੇ ਵੱਡੇ ਆਗੂਆਂ ਦੇ, ਕੌਮੀ ਆਗੂਆਂ ਦੇ ਪੁਤਲੇ ਸਾੜੇ ਜਾਣਗੇ। ਇਹ ਪ੍ਰੋਗਰਾਮ ਬਦਲਣ ਦਾ ਇੱਕ ਕਾਰਨ ਕਿਸਾਨ ਆਗੂਆਂ ਨੇ ਇਹ ਦੱਸਿਆ ਹੈਗਾ ਕਿ ਹਿੰਦੂ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਹੋਇਆਂ ਇਹ ਫੈਸਲਾ ਲਿਆ ਗਿਆ ਆ। ਵੈਸੇ ਇਹ ਠੀਕ ਫੈਸਲਾ, ਕਿਉਂਕਿ ਬਹੁਤ ਸਾਰੀਆਂ ਹਿੰਦੂ ਜਥੇਬੰਦੀਆਂ ਜਿਹੜੀਆਂ ਇਹ ਮੰਗ ਕਰ ਰਹੀਆਂ ਸੀਗੀਆਂ ਕਿ ਇਸ ਦਿਨ ਉਹਨਾਂ ਦੀਆਂ ਧਾਰਮਿਕ ਭਾਵਨਾਵਾਂ ਜਿਹੜੀਆਂ ਨੇ ਉਹਨਾਂ ਨੂੰ ਆਹਤ ਪੁੱਜਦੀ ਆ, ਉਹਨਾਂ ਨੂੰ ਠੇਸ ਪੁੱਜਦੀ ਆ ਜੇ ਕੋਈ ਬੰਦਾ ਉਹਨਾਂ ਦੇ ਇਸ ਤਿਉਹਾਰ ਵਿੱਚ ਵਿਘਨ ਪਾਉਂਦਾ ਹੈਗਾ। ਅਤੇ ਇਸ ਕਰਕੇ ਕਿਸਾਨ ਜਥੇਬੰਦੀਆਂ ਨੇ ਆਪਣੇ ਇਸ ਪ੍ਰੋਗਰਾਮ ਵਿੱਚ ਥੋੜ੍ਹੀ ਤਬਦੀਲੀ ਕੀਤੀ ਹੈ, ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਆ। ਇਸ ਤੋਂ ਇਲਾਵਾ ਕਿਸਾਨ ਜਥੇਬੰਦੀਆਂ ਨੇ ਇੱਕ ਫੈਸਲਾ ਜਿਹੜਾ ਉਦਣ ਹੀ ਦੇ ਦਿੱਤਾ ਸੀਗਾ ਅੰਤਮ ਅਰਦਾਸ ਵਾਲੇ ਦਿਨ ਕਿ ਜਿਹੜੇ ਕਿਸਾਨ ਉੱਥੇ ਮਾਰੇ ਗਏ ਆ ਲਖੀਮਪੁਰ ਖੀਰੀ ਦੀ ਘਟਨਾ ਵਿੱਚ, ਉਹਨਾਂ ਦੀਆਂ ਅਸਥੀਆਂ ਦੀ ਬਕਾਇਦਾ ਕਲਸ਼ ਯਾਤਰਾ ਦੇਸ਼ ਭਰ ਵਿੱਚ ਕੱਢੀ ਜਾਊਗੀ, ਤਾਂ ਜੋ ਜਿਹੜਾ ਉਹਨਾਂ ਦੀ ਕੁਰਬਾਨੀ ਹੈਗੀ ਆ ਉਹਨਾਂ ਤੋਂ ਪ੍ਰੇਰਨਾ ਲੈਂਦਿਆਂ ਹੋਇਆਂ ਸਮੁੱਚੇ ਦੇਸ਼ ਭਰ ਦੇ ਕਿਸਾਨ ਜਿਹੜੇ ਆ ਉਹ ਭਾਜਪਾ ਸਰਕਾਰ ਦੇ ਖਿਲਾਫ ਲਾਮਬੰਦ ਹੋਣ ਅਤੇ ਕਾਨੂੰਨਾਂ ਦੀ ਵਾਪਸੀ ਤੱਕ ਸਰਕਾਰ ਦੇ ਨਾਲ ਵਿਚਾਰਧਾਰਕ ਤੌਰ 'ਤੇ ਟੱਕਰ ਲਈ ਜਾ ਸਕੇ। ਇਹ ਖਬਰ ਸੀਗੀ ਕਿਸਾਨ ਜਥੇਬੰਦੀਆਂ ਨਾਲ ਜੁੜੀ ਹੋਈ, ਜਿਹੜੀ ਲੇਟੈਸਟ ਅਪਡੇਟ ਸੀਗੀ ਤੁਹਾਡੇ ਨਾਲ ਸਾਂਝੀ ਕੀਤੀ ਆ। ਪੰਜਾਬ ਤੋਂ ਇੱਕ ਅਹਿਮ ਖਬਰ ਹੈ ਇਸ ਤੋਂ ਅੱਗੇ ਕਿ ਜਿਹੜੀ ਸਾਰੀ ਖਬਰ ਪਹਿਲਾਂ ਚੈਨਲਾਂ 'ਤੇ ਚੱਲ ਚੁੱਕੀ ਹੈਗੀ, ਤੁਹਾਡੇ ਤੱਕ ਪਹੁੰਚ ਚੁੱਕੀ ਆ। ਅਸੀਂ ਆਪਣੇ ਤਰੀਕੇ ਦੇ ਨਾਲ ਇਸ ਖਬਰ 'ਤੇ 2 ਮਿੰਟ ਵਿਚਾਰ ਕਰਨਾ ਚਾਹਾਂਗੇ ਕਿ ਕੇਂਦਰ ਸਰਕਾਰ ਵੱਲੋਂ ਜੋ ਇੱਕ ਦਿਨ ਪਹਿਲਾਂ ਪੰਜਾਬ, ਅਸਾਮ ਅਤੇ ਪੱਛਮੀ ਬੰਗਾਲ ਦੇ ਸਰਹੱਦੀ ਇਲਾਕਿਆਂ ਦੇ 50 ਕਿਲੋਮੀਟਰ ਤੱਕ ਦਾ 55 ਕਿਲੋਮੀਟਰ ਦਾ ਜਿਹੜਾ ਏਰੀਆ ਵਾ BSF ਦੇ ਅਧਿਕਾਰ ਖੇਤਰ ਵਿੱਚ ਲਿਆਂਦਾ ਆ। ਪਹਿਲਾਂ ਅਸੀਂ ਇਹ ਵਿਚਾਰ ਕਰਾਂਗੇ ਕਿ ਇਹਦੇ ਫੈਸਲੇ ਦੇ ਹੈ ਕੀ ਆ ਫੈਸਲਾ, ਇਹਦੇ ਅਸਰ ਕੀ ਹੋਣਗੇ ਕਿ 55 ਕਿਲੋਮੀਟਰ ਦੇ ਘੇਰੇ ਦੇ ਵਿੱਚ BSF ਨੂੰ ਅਧਿਕਾਰ ਖੇਤਰ ਦੇਣ ਤੋਂ ਭਾਵ ਇਹ ਹੈਗਾ ਕਿ ਪਹਿਲਾਂ ਹੀ 5 ਤੋਂ 15 ਕਿਲੋਮੀਟਰ ਜਿਹੜਾ ਏਰੀਆ ਹੈਗਾ BSF ਕੋਲ ਓਪਰੇਸ਼ਨਲ ਅਧਿਕਾਰ ਹੈਗੇ ਆ ਕਿ BSF ਉੱਥੇ ਦੇਸ਼ ਦੀ ਸੁਰੱਖਿਆ ਨੂੰ ਜਿਹੜੇ ਦਰਪੇਸ਼ ਕੋਈ ਵੀ ਘਟਨਾ ਵਾਪਰਦੀ ਹੈਗੀ ਆ, ਕੋਈ ਅਨਸਰ ਕੰਮ ਕਰ ਰਹੇ ਹੈਗੇ ਆ, ਉਹ BSF ਦੇ ਨੋਟਿਸ ਵਿੱਚ, ਏਜੰਸੀਆਂ ਦੇ ਨੋਟਿਸ ਵਿੱਚ ਇਹ ਗੱਲ ਆਉਂਦੀ ਆ ਕਿ 5 ਕਿਲੋਮੀਟਰ ਜਾਂ 15 ਕਿਲੋਮੀਟਰ ਦੇ ਏਰੀਏ ਦੇ ਵਿੱਚ ਕੋਈ ਇੱਦਾਂ ਦੀ ਗਤੀਵਿਧੀ ਹੋ ਰਹੀ ਆ
ਜਿਹਦੇ ਉੱਤੇ ਰਾਸ਼ਟਰੀ ਸੁਰੱਖਿਆ ਨੂੰ ਖਤਰਾ ਆ, ਤੇ ਉਹਨਾਂ ਨੂੰ ਉੱਥੇ ਕਾਰਵਾਈ ਕਰਨੀ ਜ਼ਰੂਰੀ ਆ। ਤੇ BSF ਉੱਥੇ ਜਾ ਕੇ ਕਾਰਵਾਈ ਕਰ ਸਕਦੀ ਹੈਗੀ ਆ, ਹਰ ਤਰ੍ਹਾਂ ਦਾ ਆਪਰੇਸ਼ਨ ਕਰ ਸਕਦੀ ਆ, ਅਰੈਸਟ ਕਰ ਸਕਦੀ ਆ, ਪ੍ਰੋਵ ਕਰ ਸਕਦੀ ਆ, ਇੰਟੈਰੋਗੇਟ ਕਰ ਸਕਦੀ ਹੈਗੀ ਆ। ਇਹ ਜਿਹੜੇ ਅਧਿਕਾਰ ਸੀਗੇ BSF ਨੂੰ ਸੀਗੇ, ਬਾਰਡਰ ਤੋਂ ਜਿਹੜੀ ਨਸ਼ਿਆਂ ਦੀ ਤਸਕਰੀ ਹੈਗੀ ਆ, ਹਥਿਆਰਾਂ ਦੀ ਤਸਕਰੀ ਹੈਗੀ ਆ, ਉਹਨਾਂ ਨੂੰ ਰੋਕਣ ਦੇ ਲਈ, ਯਕੀਨੀ ਬਣਾਉਣ ਦੇ ਲਈ ਅਧਿਕਾਰ ਖੇਤਰ BSF ਨੂੰ ਔਰ ਉਸ ਖੇਤਰ ਵਿੱਚ ਹੁੰਦੇ ਆ। ਪੁਲਿਸ ਆਪਣੇ ਤੌਰ 'ਤੇ ਕੰਮ ਕਰਦੀ ਆ ਤੇ BSF ਜਿਹੜੀ ਆ ਆਪਣੇ ਤੌਰ 'ਤੇ ਕੰਮ ਕਰਦੀ ਆ। ਇਹ ਅਧਿਕਾਰ ਖੇਤਰ ਜਿਹੜੇ ਆ ਹੁਣ ਕੇਂਦਰ ਸਰਕਾਰ ਵੱਲੋਂ ਇੱਕ ਮਾਰੂ ਫੈਸਲਾ ਲੈਂਦੇ ਆ, 50 ਕਿਲੋਮੀਟਰ ਤੱਕ ਅੱਗੇ ਲੈ ਆਉਂਦੇ ਆ ਅੰਦਰ ਨੂੰ ਸਰਹੱਦਾਂ ਤੋਂ। ਭਾਵ ਇਹ ਆ ਕਿ ਹੁਣ ਜਿਹੜੇ ਇਹ ਆਪਰੇਸ਼ਨ ਸੀਗੇ, BSF ਜਿਹੜੀ ਆ ਕਿਸੇ ਵੀ ਵਿਅਕਤੀ ਨੂੰ ਪ੍ਰੋਵ ਕਰ ਸਕਦੀ ਆ, ਇਨਵੈਸਟੀਗੇਟ ਕਰ ਸਕਦੀ ਆ, ਕਿਸੇ ਸੰਸਥਾ ਨੂੰ ਇਨਵੈਸਟੀਗੇਟ ਕਰ ਸਕਦੀ ਆ 50 ਕਿਲੋਮੀਟਰ ਘੇਰੇ ਦੇ ਵਿੱਚ। ਇਹਦੇ ਸੰਬੰਧੀ ਮੈਂ ਇਹ ਗੱਲ ਕਹਿਣੀ ਚਾਹੂੰਗਾ ਕਿ ਹੁਣ ਜਿਹੜੇ ਪ੍ਰਤੀਕਰਮ ਪਹਿਲਾਂ ਆਪਾਂ ਲੈ ਲੈਂਦੇ ਹਾਂ, ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਦੇ ਇੱਕ ਰਵਾਇਤੀ ਪ੍ਰਤੀਕਰਮ ਜਿੱਦਾਂ ਹਰ ਆਪ ਪਾਰਟੀ ਜਿਹੜੀ ਉਹ ਕਰਦੀ ਹੈਗੀ, ਉਹ ਆਏ ਆ। ਸਭ ਤੋਂ ਪਹਿਲਾਂ ਇਹਦੇ ਵਿੱਚ ਕਾਂਗਰਸ ਦੀ ਜਿਹੜੀ ਰੂਲਿੰਗ ਪਾਰਟੀ ਹੈਗੀ ਪੰਜਾਬ ਦੀ, ਉਹਨਾਂ ਦੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਉਹਨਾਂ ਦਾ ਪ੍ਰਤੀਕਰਮ ਆਇਆ ਹੈਗਾ। ਉਹਨਾਂ ਦਾ ਕਹਿਣਾ ਹੈ ਕਿ ਫੈਡਰਲ ਢਾਂਚੇ ਦੇ ਉੱਤੇ ਕੇਂਦਰ ਸਰਕਾਰ ਦਾ ਹਮਲਾ ਆ, ਜਿਹੜੇ ਸੰਘੀ ਰਾਜ ਢਾਂਚਾ ਹੈਗਾ ਵਾ ਦੇਸ਼ ਦਾ ਸੰਵਿਧਾਨਕ, ਉਸ ਨੂੰ ਅਣਗੌਲਿਆਂ ਕਰਕੇ ਇਹ ਫੈਸਲਾ ਕੇਂਦਰ ਸਰਕਾਰ ਨੇ ਕੀਤਾ ਹੈ, ਜਿਹੜਾ ਕਿ ਐਕਸੈਪਟੇਬਲ ਨਹੀਂ ਹੋਣਾ ਚਾਹੀਦਾ। ਇਹਦੇ ਨਾਲ ਜਿਹੜੀ ਰਾਜ ਦੀ ਪੁਲਿਸ ਹੈਗੀ ਆ, ਜਿੰਨੇ ਰਾਜਾਂ ਦੀ ਪੁਲਿਸ ਹੈਗੀ ਆ, ਉਹਨਾਂ ਦਾ ਮਨੋਬਲ ਡਿੱਗੇਗਾ। ਇਹ ਉਹਨਾਂ ਦਾ ਕਹਿਣਾ ਸੀਗਾ। OP ਸੋਨੀ ਜਿਹੜੇ ਹੈਗੇ ਆ, ਉਹਨਾਂ ਨੇ ਵੀ ਆਪਣੇ ਤੌਰ ਦੇ ਉੱਤੇ ਇਹਦੇ ਉੱਤੇ ਪ੍ਰਤੀਕਰਮ ਦਿੱਤਾ ਹੈਗਾ ਕਿ ਇਹ ਪੰਜਾਬ ਦੇ ਅਧਿਕਾਰ ਖੇਤਰ ਦੇ ਉੱਪਰ, ਰਾਜਾਂ ਦੇ ਅਧਿਕਾਰ ਖੇਤਰ ਉੱਪਰ ਜਿਹੜਾ ਇੱਕ ਹਮਲਾ ਹੈਗਾ ਆ। ਜਿਹੜੇ ਪੰਜਾਬ ਦੇ ਕੈਬਨਿਟ ਮੰਤਰੀ ਪ੍ਰਗਟ ਸਿੰਘ ਹੈਗੇ ਆ, ਉੱਥੇ ਸਿਆਸੀ ਜੰਗ ਇਹ ਸ਼ੁਰੂ ਹੋਈ ਆ ਕਿ ਕੈਪਟਨ ਅਮਰਿੰਦਰ ਸਿੰਘ ਹੋਣਾ ਦਾ, ਸਾਬਕਾ ਮੁੱਖ ਮੰਤਰੀ ਪੰਜਾਬ, ਜਿਹੜੇ ਇਹਦੇ ਵਿੱਚ ਭੂਮਿਕਾ ਮੰਨੀ ਜਾ ਰਹੀ ਆ, ਉਹਦੀ ਬੜੀ ਚਰਚਾ ਚੱਲ ਰਹੀ ਆ, ਕਿਉਂਕਿ ਬੜੇ ਟਾਈਮ ਤੋਂ ਇੱਕੋ ਹੀ ਰਾਗ ਲਾਪ ਰਹੇ ਸੀਗੇ ਕਿ ਪੰਜਾਬ ਨੂੰ ਬੜਾ ਖਤਰਾ ਹੈਗਾ, ਇੱਥੇ ਹਥਿਆਰ ਆ ਸਕਦੇ ਆ, ਇੱਥੇ ਵਾਰਦਾਤਾਂ ਹੋ ਸਕਦੀਆਂ ਨੇ। ਉਹਨਾਂ ਦਾ ਇੱਕ ਆਪਣਾ ਪਰਪਸ ਸੀਗਾ, ਉਹਦੇ ਲਈ ਉਹ ਕੇਂਦਰੀ ਮੰਤਰੀਆਂ ਨੂੰ ਮਿਲਦੇ ਵੀ ਰਹੇ ਆ, ਲੇਕਿਨ ਉਹਨਾਂ ਦੇ ਮਿਲਣ ਦੇ ਆਪਣੇ ਕੁਛ ਮਕਸਦ ਸੀਗੇ। ਲੇਕਿਨ ਨਾਲ ਦੀ ਨਾਲ ਉਹ ਮੀਡੀਆ 'ਚ ਆ ਕੇ ਇਹ ਗੱਲ ਕਹਿੰਦੇ ਰਹੇ ਆ ਕਿ ਇਸ ਕਰਕੇ ਮਿਲਣ ਆਏ ਆ ਕਿ ਪੰਜਾਬ ਨੂੰ ਬਹੁਤ ਵੱਡਾ ਖਤਰਾ ਹੈਗਾ ਵਾ ਪਾਕਿਸਤਾਨ ਤੋਂ, ਦੂਜੇ ਦੇਸ਼ਾਂ ਤੋਂ ਉੱਥੇ ਹਥਿਆਰਾਂ ਦੀ ਤਸਕਰੀ ਹੋ ਰਹੀ ਆ ਬੜੇ ਵੱਡੇ ਪੱਧਰ 'ਤੇ, ਜਿਹਨੂੰ ਰੋਕਣ ਦੇ ਲਈ ਸਖਤ ਕਦਮ ਚੁੱਕਣ ਦੀ ਲੋੜ ਆ। ਤੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਇਸ ਫੈਸਲੇ ਦਾ ਜਿਵੇਂ ਹੁਣ ਸਵਾਗਤ ਵੀ ਕੀਤਾ ਆ। ਇਸ ਗੱਲ ਨੂੰ ਲੈ ਕੇ ਹੁਣ ਉਹਨਾਂ ਦੇ ਕਾਂਗਰਸ ਦੇ ਕੈਬਨਿਟ ਮੰਤਰੀ ਪ੍ਰਗਟ ਸਿੰਘ ਉਹਨਾਂ ਨੇ ਬਕਾਇਦਾ ਕੈਪਟਨ ਅਮਰਿੰਦਰ ਸਿੰਘ ਉਹਨਾਂ 'ਤੇ ਸਿੱਧੇ ਇਲਜ਼ਾਮ ਲਾਏ ਆ ਕਿ ਉਹ ਭਾਜਪਾ ਦੇ ਹੱਥਾਂ 'ਚ ਖੇਡ ਕੇ ਜਿਹੜੇ ਪੰਜਾਬ ਰਾਜ ਦੇ ਜਿਹੜੇ ਅਧਿਕਾਰ ਖੇਤਰ ਆ, ਉਹਨਾਂ ਦੇ ਖਿਲਾਫ ਚੱਲ ਰਹੇ ਆ, ਉਹਨਾਂ ਦੇ ਪੰਜਾਬ ਦੇ ਹਿੱਤਾਂ ਨਾਲ ਖਿਲਵਾੜ ਕਰ ਰਹੇ ਹੈਗੇ ਆ। ਉਹ ਕੇਂਦਰ ਸਰਕਾਰ ਦੇ ਇੱਕ ਮਖੌਟੇ ਵਜੋਂ ਕੰਮ ਕਰ ਰਹੇ ਆ ਪੰਜਾਬ ਦੇ ਵਿੱਚ। ਸ਼੍ਰੋਮਣੀ ਅਕਾਲੀ ਦਲ ਨੇ ਵੀ ਇਸ ਫੈਸਲੇ ਦਾ ਵਿਰੋਧ ਕੀਤਾ ਹੈਗਾ ਆ, ਸਾਰੀਆਂ ਪਾਰਟੀਆਂ ਨੇ ਵਿਰੋਧ ਕੀਤਾ ਆ। ਪਰ ਮੇਰਾ ਇਹ ਮੰਨਣਾ ਹੈਗਾ ਕਿ ਉਹ ਗੱਲ ਕਿੱਥੇ ਹੋਈ ਆ ਜਿੱਥੇ ਇਹ ਪਾਰਟੀਆਂ ਕਹਿਣ ਕਿ ਅਸੀਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇੱਕ ਸਰਵ ਪਾਰਟੀ ਮੀਟਿੰਗ ਸੱਦਣੀ ਚਾਹੀਦੀ ਆ, ਜਿਹਦੇ ਵਿੱਚ ਸਾਰੀਆਂ ਪਾਰਟੀਆਂ ਇੱਕਮਤ ਹੋ ਕੇ ਇਸ ਫੈਸਲੇ 'ਤੇ ਰੈਜੂਲੇਸ਼ਨ ਪਾਸ ਕਰਨ, ਕੋਰਟ ਵਿੱਚ ਇਸ ਖਿਲਾਫ ਪਟੀਸ਼ਨ ਪਾਉਣ, ਅਤੇ ਜਿਹੜਾ ਉਸ ਤੋਂ ਇਲਾਵਾ ਗਰਾਊਂਡ ਦੇ ਉੱਤੇ ਵੀ ਪ੍ਰੋਟੈਸਟ ਜਿਹੜਾ ਇੱਕ ਸਰਵ ਪਾਰਟੀ ਦੇ ਤੋਂ ਉੱਪਰ ਜਾ ਕੇ ਹੋਣਾ ਚਾਹੀਦਾ, ਸਰਵ ਪਾਰਟੀ ਵਿਹਾਵ ਦੇ ਉੱਪਰ ਫੈਸਲੇ ਹੋਣੇ ਚਾਹੀਦੇ ਆ। ਜਿਹੜਾ ਕੇਂਦਰ ਸਰਕਾਰ ਨੇ ਫੈਸਲਾ ਲਿਆ ਆ, ਉਹਦੀ ਤਰਕ ਸੰਗਤਾ ਇੰਨੀ ਕੀ ਆ ਕਿ ਜਦੋਂ 5 ਕਿਲੋਮੀਟਰ ਵਿੱਚ ਪਹਿਲਾਂ BSF ਕੰਮ ਕਰ ਰਹੀ ਆ, ਬਾਰਡਰ ਨੂੰ ਉੱਥੇ ਨਸ਼ਿਆਂ ਦੀ ਤਸਕਰੀ ਲਈ ਉਹਨੂੰ ਰੋਕਣ ਦੇ ਲਈ ਉੱਥੇ ਲੱਗੀ ਹੋਈ ਆ, ਫਿਰ ਇੰਨਾ ਨਸ਼ਾ ਹੋਣ ਤੱਕ ਇੰਨੇ ਹਥਿਆਰ ਆ ਕਿੱਦਾਂ ਰਹੇ ਆ, ਕਿਵੇਂ ਉਹ 5 ਕਿਲੋਮੀਟਰ ਨੂੰ ਕ੍ਰੋਸ ਕਰਕੇ ਲੋਕ ਆ ਜਾਂਦੇ ਆ। ਇਹ ਇੱਕ ਬੜਾ ਵੱਡਾ ਸਵਾਲ ਹੈ ਕਿ ਜੇ ਉਹਨਾਂ ਨੇ ਕਾਰਵਾਈ ਕਰਨੀ ਆ ਕੇਂਦਰ ਦੀਆਂ ਸੁਰੱਖਿਆ ਫੋਰਸਾਂ ਨੇ, ਅਤੇ 5 ਜਾਂ 10 ਕਿਲੋਮੀਟਰ ਏਰੀਏ ਦਾ ਜਿਹੜਾ ਖੇਤਰ ਆ ਉਹ ਥੋੜ੍ਹਾ ਨਹੀਂ ਹੁੰਦਾ ਕੰਮ ਕਰਨ ਲਈ। ਇੱਥੋਂ ਇਹ ਲੱਗਦਾ ਕਿ ਭਾਜਪਾ ਦਾ ਮਕਸਦ ਇਹਦੇ ਪਿੱਛੇ ਬੜਾ ਕੋਈ ਲੁਕਿਆ ਹੋਇਆ ਮਕਸਦ ਆ, ਜਿਹੜਾ ਆਉਣ ਵਾਲੇ ਸਮੇਂ ਵਿੱਚ ਜ਼ਾਹਰ ਹੋ ਸਕਦਾ ਆ। ਇਹ ਦੋ ਮੇਜਰ ਖਬਰਾਂ ਸੀਗੀਆਂ ਜਿਹੜੀਆਂ ਪੰਜਾਬ ਦੀ ਜਿਹੜੀ ਡਿਵੈਲਪਮੈਂਟ ਹੈਗੀ ਆ। ਹੁਣ ਅਗਲੀਆਂ ਖਬਰਾਂ ਜਿਹੜੀਆਂ ਹੈਗੀਆਂ ਨੇ ਉਹ ਬੇਸਿਕਲੀ ਆਪਣੀਆਂ ਕੰਸਰਨ ਹੈਗੇ ਆ ਕੈਨੇਡਾ ਅਤੇ ਇੰਡੀਆ ਦੀ ਸਾਂਝੇ ਕੰਸਰਨ ਆ, ਜਿਹਦੀ ਖਬਰ ਹੈ ਕਿ ਇੰਡੀਆ ਦੇ ਵਿੱਚ ਜਿਹੜੇ ਲੋਕ ਕੈਨੇਡਾ ਆਉਣਾ ਚਾਹੁੰਦੇ ਆ ਭਾਰਤ ਤੋਂ, ਪੰਜਾਬ ਤੋਂ ਖਾਸ ਕਰਕੇ,
ਉਹ ਕਿਉਂਕਿ ਹੁਣ ਅਪਲਾਈ ਕਰ ਰਿਹਾ ਹੈਗਾ, ਬੈਕਲੌਗ ਬਹੁਤ ਵੱਡਾ ਚੱਲ ਰਿਹਾ ਆ, ਅਤੇ ਬੈਕਲੌਗ ਕਰਕੇ ਬਾਇਓਮੈਟ੍ਰਿਕ ਜਿਹੜੀਆਂ ਅਪਾਇੰਟਮੈਂਟ ਹੈਗਾ ਉਹਨਾਂ ਦਾ ਵੀ ਬੈਕਲੌਗ ਆ, ਅਤੇ ਉਸ ਬੈਕਲੌਗ ਦੇ ਕਰਕੇ ਡਿਲੇ ਚੱਲ ਰਹੀ ਆ ਅਪਾਇੰਟਮੈਂਟ ਦੇ ਵਿੱਚ, ਲੋਕਾਂ ਨੂੰ ਵੇਟ ਕਰਨਾ ਪੈ ਰਿਹਾ। ਇਸ ਗੱਲ ਦਾ ਫਾਇਦਾ ਉੱਥੇ ਕੁਝ ਅਖੌਤੀ ਏਜੰਟ ਜਿਹੜੇ ਉਹ ਉਠਾ ਰਹੇ ਆ, ਲੋਕਾਂ ਨੂੰ ਗੁੰਮਰਾਹ ਕਰ ਰਹੇ ਆ, ਉਹਨਾਂ ਨੂੰ ਜਲਦੀ ਅਪਾਇੰਟਮੈਂਟਾਂ ਲੈਣ ਦੀ ਵਾਅਦਾ ਕਰਕੇ ਉਹਨਾਂ ਕੋਲ ਪੈਸੇ ਬਟੋਰ ਰਹੇ ਆ, ਪਲੱਸ ਉਹਨਾਂ ਦੀ ਜਿਹੜੀ ਐਪਲੀਕੇਸ਼ਨ ਆ ਉਹਦੀ ਪ੍ਰੋਸੈਸਿੰਗ ਛੇਤੀ ਕਰਨ ਵਾਸਤੇ ਵੀ ਉਹ ਪੈਸੇ ਬਟੋਰ ਰਹੇ ਆ ਕਿ ਉਹਨਾਂ ਦੀ ਐਪਲੀਕੇਸ਼ਨ ਦੀ ਪ੍ਰੋਸੈਸਿੰਗ ਉਹ ਜਲਦੀ ਕਰਾ ਸਕਦੇ ਆ ਆਪਣੇ ਪ੍ਰਭਾਵ ਦੇ ਨਾਲ। ਇਹਦੇ ਸੰਬੰਧੀ ਅੱਜ ਕੈਨੇਡਾ ਦੇ ਜਿਹੜੇ ਐਂਬੈਸਡਰ ਹੈਗੇ ਆ ਦਿੱਲੀ ਦੇ ਵਿੱਚ, ਉਹਨਾਂ ਨੇ ਬਕਾਇਦਾ ਕਾਉਂਸਲੇਟ ਆ, ਉਹਨਾਂ ਨੇ ਇੱਕ ਸਟੇਟਮੈਂਟ ਜਾਰੀ ਕਰਕੇ ਕਿਹਾ ਹੈਗਾ ਕਿ ਕਿਸੇ ਨੂੰ ਵੀ ਇਸ ਗੱਲ ਲਈ ਪੈਸਾ ਨਾ ਦਿੱਤਾ ਜਾਵੇ। ਜਿਹੜਾ ਬਾਇਓਮੈਟ੍ਰਿਕ ਅਪਾਇੰਟਮੈਂਟ ਆ ਫ੍ਰੀ ਆਫ ਕੋਸਟ ਬਣਦੀਆਂ ਹੈਗੀਆਂ, ਸਿਸਟਮੈਟਿਕ ਤਰੀਕੇ ਨਾਲ ਬਣਦੀਆਂ ਹੈਗੀਆਂ ਨੇ, ਇਸ ਕਰਕੇ ਕਿਸੇ ਨੂੰ ਵੀ ਕੋਈ ਪੈਸਾ ਨਾ ਦਿੱਤਾ ਜਾਵੇ। ਜੇ ਕੋਈ ਪੈਸਾ ਇਸ ਸੇਵਾਵਾਂ ਬਦਲੇ ਮੰਗਦਾ ਆ ਅਤੇ ਉਸ ਦਾ ਨਾਂ ਪਤਾ ਬਕਾਇਦਾ ਅੰਬੈਸੀ ਨੂੰ ਵੀ ਨੋਟੀਫਾਈ ਕੀਤਾ ਜਾਵੇ ਅਤੇ ਨਾਲ ਦੀ ਨਾਲ ਪੁਲਿਸ ਨੂੰ ਵੀ ਰਿਪੋਰਟ ਕੀਤੀ ਜਾਵੇ। ਅਗਲੀ ਖਬਰ ਅਮਰੀਕਾ ਕੈਨੇਡਾ ਦੇ ਬਾਰਡਰ ਨਾਲ ਜੁੜੀ ਹੋਈ ਆ। ਅਮਰੀਕਾ ਕੈਨੇਡਾ ਦਾ ਬਾਰਡਰ ਜਿਹੜਾ ਸੀਗਾ ਉਹ ਲਗਾਤਾਰ ਪਹਿਲਾਂ ਬੰਦ ਰਿਹਾ ਸੀਗਾ। ਕੁਛ ਸਮਾਂ ਪਹਿਲਾਂ ਕੈਨੇਡਾ ਵੱਲੋਂ ਆਪਣੇ ਤੌਰ 'ਤੇ ਇਹ ਬਾਰਡਰ ਅਮਰੀਕਾ ਤੋਂ ਆਉਣ ਵਾਲੇ ਲੋਕਾਂ ਲਈ ਖੋਲ੍ਹ ਦਿੱਤਾ ਗਿਆ ਸੀ। ਉਹਦੇ ਵਿੱਚ ਵਿਜ਼ਟਰ ਵੀ ਸੀਗੇ, ਪੱਕੇ ਨਾਗਰਿਕ ਵੀ ਸੀਗੇ, ਅਤੇ ਪਰ ਅਮਰੀਕਾ ਵੱਲੋਂ ਇਹ ਬਾਰਡਰ ਅਜੇ ਤੱਕ ਨਹੀਂ ਸੀ ਖੋਲ੍ਹਿਆ ਗਿਆ। ਲਗਾਤਾਰ ਇਸ ਗੱਲ ਦੀ ਮੰਗ ਬਿਜ਼ਨਸਮੈਨਾਂ ਵੱਲੋਂ ਵੀ ਹੋ ਰਹੀ ਸੀ, ਕੈਨੇਡਾ ਦੀ ਸਰਕਾਰ ਵੱਲੋਂ ਵੀ ਹੋ ਰਹੀ ਸੀ ਕਿ ਅਮਰੀਕਾ ਨੂੰ ਜਲਦੀ ਇਹ ਬਾਰਡਰ ਜਿਹੜਾ ਆ ਖੋਲ੍ਹਣਾ ਚਾਹੀਦਾ ਆ, ਤਾਂ ਜੋ ਦੋਵੇਂ ਪਾਸੇ ਜਿਹੜਾ ਦਵੱਲਾ ਵਪਾਰ ਚੱਲਦਾ ਆ, ਜਿਹੜੇ ਵਪਾਰੀਆਂ ਨੂੰ ਲੋੜ ਹੈਗੀ ਆ, ਪਲੱਸ ਜਿਹੜੇ ਅਦਾਰੇ ਆ ਉਹਦੇ ਵਿੱਚ ਅੰਪਲਾਈ ਕਰਮਚਾਰੀ ਕੈਨੇਡਾ ਦੇ ਅਮਰੀਕਾ ਵੱਲ ਕੰਮ ਕਰਦੇ ਆ, ਅਮਰੀਕਾ ਦੇ ਕੈਨੇਡਾ ਵੱਲ ਕੰਮ ਕਰਦੇ ਆ, ਉਹਨਾਂ ਨੂੰ ਅਲਾਓ ਹੋਣਾ ਚਾਹੀਦਾ ਆ। ਅਤੇ ਵਿਜ਼ਟਰਸ ਜਿਹੜੇ ਸੀ, ਬਹੁਤ ਸਾਰੇ ਪਰਿਵਾਰਕ ਮੈਂਬਰ ਇਸ ਫੈਸਲੇ ਨੂੰ ਉਡੀਕ ਰਹੇ ਸੀ। ਹੁਣ ਆਖਰਕਾਰ ਅਮਰੀਕਾ ਨੇ ਇਸ ਗੱਲ ਦਾ ਐਲਾਨ ਰਸਮੀ ਤੌਰ 'ਤੇ ਹਾਲੇ ਕਰ ਦਿੱਤਾ ਆ ਕਿ ਉਹ ਜਲਦੀ ਹੀ ਨਵੰਬਰ ਦੇ ਸ਼ੁਰੂ ਵਿੱਚ ਕੈਨੇਡਾ ਤੋਂ ਆਉਣ ਵਾਲੇ ਵਿਜ਼ਟਰ ਜਿਹੜੇ ਹੈਗੇ ਆ ਜਾਂ ਆਮ ਲੋਕ ਆ, ਉਹਨਾਂ ਲਈ ਲੈਂਡ ਅਤੇ ਸੀ ਬਾਰਡਰ ਵੀ ਖੋਲ੍ਹ ਸਕਦਾ। ਇਹ ਦੱਸਣਯੋਗ ਹੈ ਕਿ ਪਹਿਲਾਂ ਹਵਾਈ ਰਸਤੇ ਰਾਹੀਂ ਕੈਨੇਡਾ ਤੋਂ ਲੋਕ ਅਮਰੀਕਾ ਜਾ ਸਕਦੇ ਸੀ, ਲੇਕਿਨ ਲੈਂਡ ਬਾਰਡਰ ਤੋਂ ਉਹਨਾਂ ਨੂੰ ਅਜੇ ਗੈਰ ਜ਼ਰੂਰੀ ਤੋਂ ਭਾਵੇਂ ਕਿ ਜਿਹੜਾ ਕੋਈ ਅਸੈਸ਼ਨਲ ਵਰਕਰ ਤੋਂ ਇਲਾਵਾ ਕੋਈ ਵੀ ਹੋਰ ਬੰਦੇ ਨੂੰ ਅਮਰੀਕਾ ਦੇ ਵਿੱਚ ਐਂਟਰੀ ਨਹੀਂ ਸੀ। ਹੁਣ ਉਹ ਐਂਟਰੀ ਮਿਲ ਸਕਦੀ ਆ ਨਵੰਬਰ ਤੋਂ। ਅਜੇ ਇਹਦੀਆਂ ਗਾਈਡਲਾਈਨਸ ਜਿਹੜੀਆਂ ਨੇ ਉਹ ਅਮਰੀਕਾ ਵੱਲੋਂ ਬਣਾਉਣੀਆਂ ਨੇ, ਜਾਰੀ ਕੀਤੀਆਂ ਜਾਣੀਆਂ ਹੈਗੀਆਂ ਨੇ। ਕੈਨੇਡਾ ਦੇ ਜਿਹੜੇ ਡਿਪਟੀ ਪ੍ਰਾਈਮ ਮਿਨਿਸਟਰ ਹੈ ਕ੍ਰਿਸਟੀਆ ਫਰੀਲੈਂਡ, ਉਹਨਾਂ ਨੇ ਕੈਨੇਡਾ ਅਮਰੀਕਾ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈਗਾ ਕਿ ਇਹਦੀ ਬੜੀ ਲੋੜ ਹੈਗੀ ਆ। ਜਿਹੜਾ ਬਿਜ਼ਨਸ ਹੈ ਉਹਦੇ ਨਾਲ ਬੜੇ ਵੱਡੇ ਪੱਧਰ 'ਤੇ ਪ੍ਰਭਾਵਿਤ ਹੋ ਰਿਹਾ ਸੀ। ਲੋਕਲ ਖਬਰ ਆ ਅੰਟਾਰੀਓ ਦੀ, ਮੈਂ ਇੱਕ ਦਿਨ ਪਹਿਲਾਂ ਅਸੀਂ ਫੇਸਬੁੱਕ ਪੇਜ 'ਤੇ ਵੀ ਸਾਂਝੀ ਕੀਤੀ ਸੀ ਕਿ ਜਿਹੜੇ ਕਰੋਨਾ ਦੇ ਕਾਰਨ ਵੱਖ-ਵੱਖ ਵਿਭਾਗਾਂ ਦੇ ਵਿੱਚ ਜਿਹੜੀਆਂ ਸੇਵਾਵਾਂ ਸੀ ਉਹਦਾ ਬੈਕਲੌਗ ਵਧਿਆ ਹੋਇਆ ਆ, ਉਹਨਾਂ ਦੀ ਬਕਾਇਦਾ ਡਿਲੇ ਚੱਲ ਰਹੀ ਆ। ਇਸੇ ਤਰ੍ਹਾਂ ਜਿਹੜੇ ਰੋਡ ਟੈਸਟ ਸੀਗੇ, ਜਿੰਨੇ ਵੀ ਨਵੇਂ ਡਰਾਈਵਰ ਆ ਉਹਨਾਂ ਨੇ ਰੋਡ ਟੈਸਟ ਦੇਣੇ ਸੀਗੇ, ਉਹਦੀ ਬੈਕਲੌਗ 5 ਲੱਖ ਤੱਕ ਜਾ ਚੁੱਕੀ ਸੀ ਅੰਟਾਰੀਓ ਦੇ ਵਿੱਚ। ਅਤੇ ਪਿੱਛੇ ਜੇ ਮੈਂ ਜਦੋਂ ਫੋਟੋ ਜਾਰੀ ਕੀਤੀ ਸੀ ਉਹਦੇ ਵਿੱਚ ਬੜੀ ਵੱਡੀਆਂ ਲੰਬੀਆਂ ਲਾਈਨਾਂ, 2 ਤੋਂ 3 ਘੰਟੇ ਇੱਕ ਰੋਡ ਟੈਸਟ ਦੇ ਉੱਤੇ ਵੇਟਿੰਗ ਹੈਗੀ ਆ, ਪਲੱਸ ਬੁਕਿੰਗ ਦੀ ਵੇਟਿੰਗ ਹੈਗੀ ਆ। ਇਸ ਗੱਲ ਨੂੰ ਲੈਂਦਿਆਂ ਹੋਇਆਂ ਅੰਟਾਰੀਓ ਗੌਰਮੈਂਟ ਨੇ ਕੁਝ ਆਰਜੀ ਜਿਹੜੇ ਸੈਂਟਰ ਆ ਪਹਿਲਾਂ ਵੀ ਖੋਲ੍ਹੇ ਸੀਗੇ, ਟੈਸਟ ਸੈਂਟਰ ਆ, ਹੁਣ ਹੋਰ ਖੋਲ੍ਹੇ ਜਾ ਰਹੇ ਆ ਤਾਂ ਜੋ ਇਸ ਬੈਕਲੌਗ ਨੂੰ ਘਟਾਇਆ ਜਾ ਸਕੇ। ਇੱਕ ਚੰਗੀ ਗੱਲ ਹੈਗੀ। ਅਸੀਂ ਸਮਝਦੇ ਕਿ ਜਿੱਥੇ ਖਾਸ ਕਰਕੇ ਪਾਪੂਲੇਸ਼ਨ ਕਲੱਬ ਹੈਗੀ ਆ, ਉੱਥੇ ਇਹੋ ਜਿਹੀਆਂ ਸੇਵਾਵਾਂ ਦੇਣ ਦੇ ਲਈ ਜਿਹੜੀਆਂ ਜ਼ਰੂਰੀ ਹੈਗੀ ਆ, ਪਹਿਲ ਦੇ ਆਧਾਰ ਤੇ ਟੈਂਪਰਰੀ ਤੌਰ 'ਤੇ ਆਰਜੀ ਤੌਰ 'ਤੇ ਸੇਵਾਵਾਂ ਦੀ ਜਿਹੜੀ ਗਿਣਤੀ ਆ ਉਹ ਵਧਾਉਣੀ ਚਾਹੀਦੀ ਆ। ਬਰੈਂਪਟਨ ਤੋਂ ਖਬਰ ਹੈਗੀ ਆ। ਬਰੈਂਪਟਨ ਦੇ ਵਿੱਚ ਇੱਕ ਆਦਮੀ ਨੂੰ ਗ੍ਰਿਫਤਾਰ ਕੀਤਾ ਗਿਆ ਹੈਗਾ ਵਾ। ਇੱਥੇ ਬਰੈਂਪਟਨ ਦੇ ਵਿੱਚ ਵਿਲੀਅਮ ਪਾਰਕਵੇ ਐਂਡ ਵਾਈਟ ਵਾਸ਼ ਵੇ ਉੱਤੇ 7 ਅਕਤੂਬਰ ਦੀ ਘਟਨਾ ਹੈਗੀ ਆ। ਇਸ ਵਿਅਕਤੀ ਵੱਲੋਂ ਇੱਕ ਔਰਤ ਜੋ ਘਰ ਦੇ ਬਾਹਰ ਖੜੀ ਸੀ ਉਸ ਨਾਲ ਬਦਸਲੂਕੀ ਕੀਤੀ ਗਈ, ਭੱਦਾ ਵਿਹਾਰ ਕੀਤਾ ਗਿਆ, ਜਿਸਮਾਨੀ ਤੌਰ 'ਤੇ ਉਸ ਉੱਪਰ ਹਮਲਾ ਕੀਤਾ ਗਿਆ ਇੱਕ ਆਪਣੇ ਮਾੜੇ ਇਰਾਦੇ ਦੇ ਨਾਲ, ਜਿਸ ਦੀ ਰਿਪੋਰਟ ਪੁਲਿਸ ਨੂੰ ਕੀਤੀ ਗਈ ਸੀ। ਅੱਜ ਇਹਦੇ ਸਬੰਧ ਵਿੱਚ ਪੁਲਿਸ ਨੇ ਹਰਪ੍ਰੀਤ ਭੁੱਲਰ ਪੰਜਾਬੀ ਨੌਜਵਾਨ ਹੈਗਾ, ਉਸ ਨੂੰ 33 ਸਾਲ ਦਾ, ਉਸ ਨੂੰ ਗ੍ਰਿਫਤਾਰ ਕੀਤਾ ਆ। ਉਸ 'ਤੇ ਅਲੱਗ-ਅਲੱਗ ਚਾਰਜ ਲਾਏ ਗਏ ਆ। ਜਿਸਮਾਨੀ ਹਮਲਾ ਕਰਨ ਦੇ $5000 ਤੱਕ ਦੀ ਜਿਹੜੀ ਆ ਉਹ ਜੁਰਮਾਨੇ ਦੇ ਜਿਹੜੇ ਚਾਰਜ ਲਾਏ ਗਏ ਆ।
ਇਹਦੇ ਸੰਬੰਧ ਉਸ ਨੂੰ ਗ੍ਰਿਫਤਾਰ ਕੀਤਾ ਗਿਆ। ਇਹੋ ਜਿਹੀਆਂ ਘਟਨਾਵਾਂ ਦੇ ਨਾਲ ਵੈਸੇ ਇੱਥੇ ਕਮਿਊਨਿਟੀ ਦੇ ਵਿੱਚ ਸਾਡਾ ਜਿਹੜਾ ਨਾਂ ਆ ਬੜਾ ਸ਼ਰਮਸ਼ਾਰ ਹੁੰਦਾ ਕਿ ਇਹੋ ਜਿਹੀਆਂ ਘਟਨਾਵਾਂ ਨਹੀਂ ਵਾਪਰਨੀਆਂ ਚਾਹੀਦੀਆਂ। 401 ਤੇ ਇੱਕ ਹਾਦਸਾ ਹੋਇਆ ਸੀ ਕਿੰਗਸਟਨ, ਬਹੁਤ ਵੱਡਾ ਤੇ ਭਿਆਨਕ ਹਾਦਸਾ ਸੀਗਾ ਕਿ ਇੱਕ ਟਰੱਕ ਸੀਗਾ ਜਿਹੜਾ ਈਸਟ ਬਾਉਂਡ ਨੂੰ ਜਾ ਰਿਹਾ ਸੀਗਾ, ਆਫ ਰੋਡ ਹੋ ਕੇ ਵੈਸਟ ਬਾਉਂਡ ਵੱਲ ਨੂੰ ਆ ਰਹੀਆਂ ਵੱਡੇ ਸੈਮੀ ਟਰੱਕਾਂ ਦੇ ਵਿੱਚ ਟਕਰਾਇਆ ਸੀ। ਬੜਾ ਭਿਆਨਕ ਹਾਦਸਾ ਹੋਇਆ ਸੀ, 2 ਲੋਕਾਂ ਦੀ ਮੌਤ ਹੋਈ ਸੀਗੀ। ਲਗਭਗ 36 ਘੰਟੇ ਹਾਈਵੇ ਬੰਦ ਰਹਿਣ ਤੋਂ ਬਾਅਦ ਅੱਜ ਰਾਤ ਵੀਰਵਾਰ ਰਾਤੀ 2 ਵਜੇ ਦੇ ਕਰੀਬ ਉਹ ਜਿਹੜਾ ਹਾਈਵੇ ਖੋਲ੍ਹ ਦਿੱਤਾ ਗਿਆ ਆ, ਜਿਹੜੀ ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ ਆ। ਇਹਦੇ ਸੰਬੰਧੀ ਇਹੀ ਗੱਲ ਹੈਗੀ ਆ ਕਿ ਸ਼ਾਇਦ ਡਿਸਟਰੈਕਟ ਡਰਾਈਵਿੰਗ ਕਰਕੇ ਆਫ ਰੋਡ, ਜਦੋਂ ਕਿ ਜੇ ਵੈਦਰ ਕਲੀਅਰ ਆ ਕੁਛ ਗੱਲ ਨਹੀਂ ਹੈਗੀ, ਅਤੇ ਜੇ ਫਿਰ ਵੀ ਵੱਡੇ ਟਰੱਕ ਆਫ ਰੋਡ ਹੁੰਦੇ ਆ ਜਾਂ ਕੋਈ ਵੀ ਵਹੀਕਲ ਆਫ ਰੋਡ ਹੁੰਦਾ, ਇਹਦਾ ਮਤਲਬ ਇਹ ਹੈਗਾ ਕਿ ਡਿਸਟਰੈਕਟ ਡਰਾਈਵਿੰਗ ਕਰਕੇ ਇਹੋ ਜਿਹੇ ਹਾਦਸੇ ਭਿਆਨਕ ਵਾਪਰਦੇ ਹੈਗੇ ਜਿਹੜੇ ਨਹੀਂ ਵਾਪਰਨੇ ਚਾਹੀਦੇ। ਇੱਕ ਹੋਰ ਖਬਰ ਹੈ ਇਹਦੇ ਨਾਲ ਜੁੜੀ, ਬਰੰਪਟਨ ਤੋਂ ਹੈਗੀ ਆ। ਰੂਬਨ ਮਕੇਜਾ 33 ਸਾਲ ਦਾ ਵਿਅਕਤੀ ਹੈਗਾ, ਜਿਹਦੇ ਸੰਬੰਧੀ ਪੁਲਿਸ ਨੇ ਜਾਣਕਾਰੀ ਜਾਰੀ ਕੀਤੀ ਆ ਆਮ ਪਬਲਿਕ ਨੂੰ ਕਿ 3 ਅਕਤੂਬਰ ਤੋਂ ਇਹ ਲਾਪਤਾ ਆ। ਇਹਦੇ ਕੋਲ ਮਾਰੂ ਹਥਿਆਰ ਹੋ ਸਕਦੇ ਆ। ਪੁਲਿਸ ਦਾ ਖਦਸ਼ਾ ਆ ਕਿ ਇਸ ਬੰਦੇ ਕੋਲ ਵੱਖ-ਵੱਖ ਤਰ੍ਹਾਂ ਦੇ ਜਿਹੜੇ ਮਾਰੂ ਹਥਿਆਰ ਹੋ ਸਕਦੇ, ਜਿਹਦੇ ਨਾਲ ਆਮ ਪਬਲਿਕ ਨੂੰ ਨੁਕਸਾਨ ਹੋ ਸਕਦਾ। ਜੇ ਕੋਈ ਵੀ ਵਿਅਕਤੀ ਇਸ ਬੰਦੇ ਨੂੰ ਦੇਖਦਾ ਹੈਗਾ ਤਾਂ ਉਸ ਦੀ ਰਿਪੋਰਟ ਪੁਲਿਸ ਨੂੰ ਤੁਰੰਤ ਕਰਨ ਦੀ ਸਲਾਹ ਦਿੱਤੀ ਗਈ ਆ। ਟੋਰਾਂਟੋ ਤੋਂ ਖਬਰ ਹੈਗਾ, ਟੋਰਾਂਟੋ ਤੋਂ ਹਸਪਤਾਲਾਂ ਦੇ ਵਿੱਚ ਹੁਣ ਜਿਹੜਾ ਫੈਸਲਾ ਕੀਤਾ ਗਿਆ ਕਿ ਕੋਈ ਵੀ ਵਿਜ਼ਟਰ ਜਿਹੜਾ ਬਾਹਰੋਂ ਆਏਗਾ ਉਹਦੇ ਲਈ ਵੈਕਸੀਨ ਪ੍ਰੂਫ ਦਿਖਾਉਣਾ ਜ਼ਰੂਰੀ ਕਰ ਦਿੱਤਾ ਗਿਆ। ਜ਼ਿਕਰਯੋਗ ਆ ਕਿ ਅੰਟਾਰੀਓ ਵੱਲੋਂ ਅਤੇ ਟੋਰਾਂਟੋ ਸਿਟੀ ਵੱਲੋਂ ਵੀ ਆਪਣੇ ਹਸਪਤਾਲਾਂ ਜਿਹੜਾ ਸਟਾਫ ਹੈ ਆਲਰੇਡੀ ਉਹਨੂੰ ਵੈਕਸੀਨੇਸ਼ਨ ਹੋਣ ਦੀ ਜਿਹੜੀ ਕੰਪਲਸਰੀ ਕਰ ਦਿੱਤਾ ਗਿਆ ਹੈਗਾ। ਲੇਕਿਨ ਹੁਣ ਜਿਹੜੇ ਵਿਜ਼ਟਰ ਆ ਉਹਨਾਂ ਲਈ ਵੀ ਵੈਕਸੀਨ ਪ੍ਰੂਫ ਦਿਖਾਉਣਾ ਕੰਪਲਸਰੀ ਕਰ ਦਿੱਤਾ ਹੈ। ਇੱਕ ਆਪਾਂ ਨੂੰ ਯਾਦ ਹੋਣਾ ਅਗਲੀ ਖਬਰ, ਜੋਡੀ ਵਿਲਸਨ ਰੇਬਾਊਡ ਜਿਹੜੀ ਸਾਬਕਾ ਲਿਬਰਲ ਦੀ ਜਸਟਿਸ ਮੰਤਰੀ ਸੀਗੀ, ਜਿਨ੍ਹਾਂ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਉੱਪਰ ਉਹਨਾਂ ਦੇ ਉੱਪਰ ਇੱਕ ਜਾਂਚ ਦੇ ਮਾਮਲੇ ਵਿੱਚ ਐਸਨ ਲੈਵਲੀਅਨ ਕੰਪਨੀ ਦੇ ਜਾਂਚ ਦੇ ਮਾਮਲੇ ਦਬਾਅ ਪਾਉਣ ਦੇ ਦੋਸ਼ ਲਾਏ ਸੀਗੇ। ਉਸ ਤੋਂ ਬਾਅਦ ਉਹਨਾਂ ਨੇ ਕੁਇਟ ਵੀ ਕਰ ਦਿੱਤਾ ਸੀ ਆਪਣੀ ਜੌਬ ਤੋਂ। ਕੁਇਟ ਕਰਨ ਤੋਂ ਬਾਅਦ ਇਹਨੇ ਇੱਕ ਬੁੱਕ ਲਿਖੀ ਸੀ ਇਸ ਮਾਮਲੇ ਦੇ ਉੱਪਰ। ਉਸ ਬੁੱਕ ਨੂੰ, ਕਿਤਾਬ ਨੂੰ ਬੜੀ ਵੱਡੀ ਪੱਧਰ 'ਤੇ ਹੁੰਗਾਰਾ ਮਿਲਿਆ ਸੀ। ਹੁਣ ਉਸ ਬੁੱਕ ਨੂੰ $60,000 ਦੇ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਜਾ ਰਿਹਾ, ਪ੍ਰਾਈਜ਼ ਮਿਲ ਰਿਹਾ, ਬੈਲਸਲੀ ਪ੍ਰਾਈਜ਼ ਫਾਰ ਪਬਲਿਕ ਪੋਲਿਸੀ। ਇਹ ਸੰਸਥਾ ਵੱਲੋਂ ਜਿਹੜਾ ਪ੍ਰਾਈਜ਼ ਦਿੱਤਾ ਜਾ ਰਿਹਾ, ਅਵਾਰਡ ਦਿੱਤਾ ਜਾ ਰਿਹਾ। ਜਿਹੜਾ ਅਵਾਰਡ ਆ ਉਹਦਾ ਨਾਂ ਹੈਗਾ ਇੰਡੀਅਨ ਇਨ ਕੈਬਨਿਟ ਸਪੀਕਿੰਗ ਟਰੁਥ ਆਫ ਪਾਵਰ। ਇਸ ਅਵਾਰਡ ਦੇ ਨਾਲ ਜੋਡੀ ਵਿਲਸਨ ਨੂੰ ਜਿਹੜੀ ਕਿਤਾਬ ਨੂੰ ਅਵਾਰਡ ਸਨਮਾਨਿਤ ਕੀਤਾ ਜਾ ਰਿਹਾ। ਇਹ ਜ਼ਿਕਰਯੋਗ ਹੈ ਕਿ ਜੋਡੀ ਵਿਲਸਨ ਨੇ ਬੜੇ ਗੰਭੀਰ ਇਲਜ਼ਾਮ ਲਿਬਰਲ ਸਰਕਾਰ 'ਤੇ ਲਾਏ ਸੀ, ਜਿਹਦੀ ਬਕਾਇਦਾ ਬਾਅਦ ਵਿੱਚ ਪ੍ਰੋਬ ਹੋਈ ਸੀ ਡੌਗ ਵਾਚ ਵੱਲੋਂ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੁਣਾਂ ਦੇ ਉੱਪਰ ਵੀ ਇਹ ਜਾਂਚ ਹੋਈ ਸੀ, ਪੁੱਛਗਿੱਛ ਹੋਈ ਸੀ ਬਕਾਇਦਾ। ਉਸ ਤੋਂ ਬਾਅਦ ਇੱਥੋਂ ਤੱਕ ਫੈਸਲਾ ਹੋਇਆ ਸੀ ਕਿ ਪ੍ਰਧਾਨ ਮੰਤਰੀ ਹੁਣਾਂ ਵੱਲੋਂ ਨੈਸ਼ਨਲ ਜਿਹੜਾ ਉਹਨਾਂ ਦਾ ਦਾਅਵਾ ਸੀ ਕਿ ਰਾਸ਼ਟਰੀ ਹਿੱਤਾਂ ਦੀ ਖਾਤਰ ਉਹਨਾਂ ਨੇ ਇਹਦੇ ਵਿੱਚ ਥੋੜ੍ਹੀ ਦਖਲਅੰਦਾਜ਼ੀ ਕੀਤੀ ਸੀ ਕਿ ਐਸਨ ਲੈਵਲੀਅਨ ਕੰਪਨੀ ਜੇ ਇੱਥੋਂ ਮੂਵ ਹੁੰਦੀ ਆ ਉਹਦੇ ਨਾਲ ਕਈ ਲੋਕਾਂ ਦੀਆਂ ਜੌਬਾਂ ਜਾ ਸਕਦੀਆਂ ਨੇ। ਇਹ ਖਬਰ ਹੈਗੀ ਸੀ ਅੰਟਾਰੀਓ ਤੋਂ ਹੀ ਖਬਰ ਆ, ਬੜੀ ਚੰਗੀ ਖਬਰ ਆ ਕਿ ਹੁਣ ਜਿੱਦਾਂ ਕਰੋਨਾ ਦੇ ਕੇਸ ਡਰੋਪ ਹੋ ਰਿਹਾ, ਕੇਸ ਡਰੋਪ ਹੋਣ ਦੇ ਨਾਲ ਹੀ ਹੁਣ ਹੋਰ ਪਾਬੰਦੀਆਂ ਘਟਾਉਣ ਦਾ ਜਿਹੜਾ ਫੈਸਲਾ ਅੰਟਾਰੀਓ ਗੌਰਮੈਂਟ ਵੱਲੋਂ ਕੀਤਾ ਜਾ ਰਿਹਾ। ਥੋੜ੍ਹੇ ਦਿਨਾਂ ਤੱਕ ਹੀ ਫੇਸ 3 ਤੋਂ ਐਗਜ਼ਿਟ ਹੋਣ ਦੀ ਗੱਲ ਹੋ ਰਹੀ ਆ, ਜਿਹਦੇ ਤਹਿਤ ਵੱਖ-ਵੱਖ ਹੈਲਥ ਨਾਲ ਜੁੜੀਆਂ ਹੋਈਆਂ ਲਿਮਿਟਸ ਜਿਹੜੀਆਂ ਨੇ ਉਹ ਵੀ ਖਤਮ ਕੀਤੀਆਂ ਜਾ ਸਕਦੀਆਂ। ਪਲੱਸ ਜਿਹੜੀ ਕਪੈਸਿਟੀ ਲਿਮਿਟ ਹੈਗੀਆਂ ਨੇ ਜਨਤਕ ਥਾਵਾਂ ਦੇ ਉੱਤੇ ਸੋਸ਼ਲ ਗੈਦਰਿੰਗ ਦੇ ਉੱਪਰ ਜਿਹੜੀ ਸਮਰੱਥਾ ਵਿਅਕਤੀਆਂ ਦੀ ਰੱਖੀ ਗਈ ਸੀ ਉਹ ਖਤਮ ਕੀਤੀ ਜਾ ਸਕਦੀ ਆ। ਇੱਕ ਚੰਗੀ ਖਬਰ ਆ ਕਿ ਦੁਬਾਰਾ ਰੌਣਕਾਂ ਅੰਟਾਰੀਓ ਵਿੱਚ ਪਰਤ ਸਕਦੀਆਂ ਨੇ ਜੇ ਥੋੜ੍ਹਾ ਲੋਕ ਅਹਿਤਿਆਤ ਵਰਤਣ। ਇਹਦੇ ਨਾਲ ਹੀ ਮਾਸਕ ਪਾਉਣ ਅਤੇ ਰੈਸਟੋਰੈਂਟਾਂ ਵਿੱਚ ਕੁਛ ਪਾਬੰਦੀਆਂ ਹਾਲੇ ਸਸਟੇਨ ਰੱਖੀਆਂ ਜਾ ਸਕਦੀਆਂ, ਭਾਵ ਆ ਜੇ ਉਹਨਾਂ ਨੂੰ ਇਹਨਾਂ ਦਾ ਸਾਹਮਣਾ ਕੀਤਾ ਕਰਨਾ ਪੈ ਸਕਦਾ ਆ। ਸਕਾਰਬਰੋ ਦੇ ਵਿੱਚ ਗੋਲੀ ਚੱਲਣ ਦੀ ਖਬਰ ਆ। ਸਕਾਰਬਰੋ ਦੇ ਵਿੱਚ ਗੋਲੀ ਚੱਲਣ ਨਾਲ ਇੱਕ ਵਿਅਕਤੀ ਦੀ ਮੌਤ ਹੋਈ ਆ। ਬੋਸਟਨ ਪਲਾਜ਼ੇ ਵਿੱਚ 11:30 ਵਜੇ ਰਾਤੀ ਜਿਹੜੀ ਸੀ ਇਹ ਗੋਲੀ ਚੱਲੀ ਸੀ, ਜਿਹਦੇ ਸਿੱਟੇ ਵਜੋਂ ਇੱਕ ਵਿਅਕਤੀ ਮਾਰਿਆ ਗਿਆ। ਦੋਸ਼ੀ ਦੀ ਭਾਲ ਜਾਰੀ ਆ। ਪੁਲਿਸ ਨੇ ਇਹਦੇ ਸੰਬੰਧ ਵਿੱਚ ਸਹਿਯੋਗ ਮੰਗਿਆ ਆ। ਕੰਜ਼ਰਵੇਟਿਵ ਪਾਰਟੀ
ਜੋ ਵਿਰੋਧੀ ਪਾਰਟੀ ਹੈਗੀ ਕੈਨੇਡਾ ਦੀ, ਉਹਦੀ ਖਬਰ ਹੈ। ਕੰਜ਼ਰਵੇਟਿਵ ਪਾਰਟੀ ਤੋਂ ਅੱਜ ਖਬਰ ਹੈ ਕਿ ਜਿਹੜੇ ਨੈਸ਼ਨਲ ਕਾਉਂਸਲ ਆਫ ਮੈਂਬਰ ਸੀਗੇ ਉਹਨਾਂ ਦੇ ਬ੍ਰੈਂਟ ਚੇਨ, ਉਹਨਾਂ ਨੂੰ ਇਸ ਗੱਲ ਲਈ ਮੁਅੱਤਲ ਕਰ ਦਿੱਤਾ ਗਿਆ ਕਿਉਂਕਿ ਉਹ ਇੱਕ ਪਟੀਸ਼ਨ ਜਿਹੜੀ ਆ ਇਲੈਕਸ਼ਨਾਂ ਤੋਂ ਬਾਅਦ ਹੀ ਉਹਨਾਂ ਨੇ ਚਲਾਈ ਸੀ। ਜਿਹੜੇ ਪਾਰਟੀ ਹੈਡ ਏਰਨ ਓਟੂਲ ਆ ਉਹਨਾਂ ਦੇ ਖਿਲਾਫ, ਉਹਨਾਂ ਨੂੰ ਪਾਸੇ ਕਰਨ ਵਾਸਤੇ ਉਹ ਲਗਾਤਾਰ ਸੀਰੀਅਸ ਇਲਜ਼ਾਮ ਏਰਨ ਓਟੂਲ ਉੱਪਰ ਲਾ ਰਹੇ ਸੀਗੇ। ਅੱਜ ਉਹਨਾਂ ਨੂੰ ਪਾਰਟੀ ਦੇ ਜ਼ਾਬਤੇ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਮੁਅੱਤਲ ਕਰ ਦਿੱਤਾ ਗਿਆ। ਕੁਝ ਅੰਤਰਰਾਸ਼ਟਰੀ ਖਬਰਾਂ ਦੇ ਵਿੱਚ ਅਸੀਂ ਲੈ ਲੈਂਦੇ ਹਾਂ। ਨਾਰਵੇ ਦੇ ਉੱਤੋਂ ਖਬਰ ਹੈ। ਨਾਰਵੇ ਦੀ ਰਾਜਧਾਨੀ ਓਸਲੋ ਦੇ ਨੇੜੇ ਕੈਂਸਬਰਗ ਵਿੱਚ ਗੋਲੀ ਚੱਲਣ ਦੀ ਖਬਰ ਹੈ। ਇੱਕ ਵਿਅਕਤੀ ਵੱਲੋਂ ਜਿਹੜਾ ਸੀਗਾ ਉਹ ਹਮਲਾ ਕੀਤਾ ਗਿਆ ਲੋਕਾਂ ਦੇ ਉੱਪਰ, ਜਿਹਦੇ ਵਿੱਚ ਕੁਝ ਲੋਕ ਮਾਰੇ ਗਏ, ਕੁਝ ਜ਼ਖਮੀ ਹੋਏ ਆ। ਵਿਅਕਤੀ ਨੂੰ ਮੌਕੇ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈਗਾ। ਅਮਰੀਕਾ ਤੋਂ ਖਬਰ ਹੈਗੀ ਆ। ਅਮਰੀਕਾ ਦੇ ਸ਼ਹਿਰ ਮੈਂਫਿਸ ਵਿੱਚ ਪੋਸਟਲ ਡਿਪਾਰਟਮੈਂਟ ਦੇ ਵਿੱਚ ਵਰਕਰਾਂ ਦੇ ਗੋਲੀ ਚਲਾਉਣ ਦੀ ਖਬਰ ਸੀ ਇੱਕ ਦਿਨ ਪਹਿਲਾਂ ਦੀ, ਜਿਹਦੇ ਵਿੱਚ 2 ਮੌਤਾਂ ਹੋਈਆਂ ਸੀਗੀਆਂ। ਕਾਫੀ ਵੱਡੀ ਪੱਧਰ 'ਤੇ ਜਾਂਚ ਹੋਈ ਇਸ ਦੀ। ਹੁਣ ਉਸ ਨੂੰ ਦੁਬਾਰਾ ਰੀਓਪਨ ਕੀਤਾ ਜਾ ਰਿਹਾ ਅਤੇ ਕਰਮਚਾਰੀ ਜਿਹੜੇ ਆ ਉਹ ਦੁਬਾਰਾ ਆਪਣੇ ਕੰਮ 'ਤੇ ਪਰਤ ਆਏ ਆ। ਅਗਲੀ ਖਬਰ ਅਮਰੀਕਾ ਤੋਂ ਹੀ ਹੈ। ਫਿਲਮ ਅਤੇ ਟੀਵੀ ਨਾਲ ਜੁੜੇ ਹੋਏ ਲੋਕ, ਜਿਹੜਾ ਕਰਿਊ ਮੈਂਬਰ ਹੈਗੇ, ਸਟਾਫ ਮੈਂਬਰ, ਉਹ ਸੋਮਵਾਰ ਤੋਂ ਵੱਡੀ ਹੜਤਾਲ 'ਤੇ ਜਾ ਰਹੇ ਆ। ਉਹਨਾਂ ਦਾ ਕਾਰਨ ਮੰਗ ਇਹ ਹੈਗੀ ਆ ਕਿ ਉਹਨਾਂ ਨੂੰ ਉਹਨਾਂ ਦੇ ਕੰਮ ਕਰਨ ਵਾਸਤੇ ਵਧੀਆ ਸੇਫ ਮਾਹੌਲ ਨਹੀਂ ਪ੍ਰਦਾਨ ਕੀਤਾ ਜਾ ਰਿਹਾ। ਇਸ ਮੰਗ ਨੂੰ ਲੈ ਕੇ ਸੋਮਵਾਰ ਤੋਂ ਉਹ ਰਾਸ਼ਟਰੀ ਪੱਧਰ 'ਤੇ ਇੱਕ ਹੜਤਾਲ 'ਤੇ ਜਾ ਰਿਹਾ। ਅਮਰੀਕਾ ਦੇ ਸੇਫਟੀ ਵਿਭਾਗ ਨੇ ਟੈਸਲਾ ਨਾਲ ਜੁੜੀ ਹੋਈ ਖਬਰ ਹੈ। ਅਮਰੀਕਾ ਦੇ ਸੇਫਟੀ ਵਿਭਾਗ ਨੇ ਟੈਸਲਾ ਨੂੰ ਇਹ ਹਦਾਇਤ ਕੀਤੀ ਹੈ ਕਿ ਜਦੋਂ ਟੈਸਲਾ ਜਿਹੜੀ ਆਟੋ ਚਾਲਕ ਆਪੇ ਚੱਲਣ ਵਾਲੀਆਂ ਕਾਰਾਂ ਟੈਸਲਾ ਨੇ ਬਣਾਈਆਂ ਨੇ, ਉਹਦੇ ਨਾਲ ਸੰਬੰਧਿਤ ਕਈ ਹਾਦਸੇ ਹੋਏ ਸੀਗੇ, ਕਲਾਈਡ ਹੋਈ ਸੀਗੀਆਂ, ਕਾਰਾਂ ਟਕਰਾ ਗਈਆਂ ਸੀਗੀਆਂ, ਜਿਹਦੀ ਵਜ੍ਹਾ ਕਰਕੇ ਇੱਕ ਮੌਤ ਵੀ ਹੋਈ ਸੀ। ਇਹ ਹਾਦਸੇ ਹੋਣ ਤੋਂ ਬਾਅਦ ਟੈਸਲਾ ਨੇ ਬਕਾਇਦਾ ਸੌਫਟਵੇਅਰ 'ਚ ਕੁਝ ਅਪਡੇਟ ਕੀਤੀਆਂ ਅਤੇ ਨਵੀਆਂ ਕਾਰਾਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ ਸੀਗੀਆਂ। ਲੇਕਿਨ ਹੁਣ ਸੇਫਟੀ ਡਿਪਾਰਟਮੈਂਟ ਨੇ ਟੈਸਲਾ ਨੂੰ, ਕੰਪਨੀ ਨੂੰ ਇਹ ਨੋਟਿਸ ਜਾਰੀ ਕਰਕੇ ਪੁੱਛਿਆ ਕਿ ਤੁਸੀਂ ਨਵੀਆਂ ਗੱਡੀਆਂ ਦੇ ਸੌਫਟਵੇਅਰ ਅਪਡੇਟ ਕਰਕੇ ਵੇਚਣੀਆਂ ਸ਼ੁਰੂ ਕੀਤੀਆਂ, ਲੇਕਿਨ ਜਿਹੜੀਆਂ ਪੁਰਾਣੀਆਂ ਗੱਡੀਆਂ ਸੀਗੀਆਂ ਉਹਨਾਂ ਦੀ ਸੇਫਟੀ ਵਾਸਤੇ ਉਹਨਾਂ ਨੂੰ ਰੀਕਾਲ ਕਿਉਂ ਨਹੀਂ ਕੀਤਾ ਗਿਆ। ਇਹਦੇ ਸੰਬੰਧ ਵਿੱਚ ਉਹਨਾਂ ਨੂੰ ਨੋਟਿਸ ਜਾਰੀ ਕੀਤਾ ਗਿਆ। ਚੀਨ ਤੋਂ ਖਬਰ ਹੈ। ਚੀਨ ਅਗਲੇ 6 ਮਹੀਨਿਆਂ ਦੇ ਵਿੱਚ 3 ਉਪਗ੍ਰਹਿ ਪੁਲਾੜ ਵਿੱਚ ਭੇਜਣ ਜਾ ਰਿਹਾ ਆ, ਜਿਹਦੇ ਵਿੱਚ ਉਸ ਦਾ ਇੱਕ ਬਹੁਤ ਵੱਡਾ ਲੰਬਾ ਮਿਸ਼ਨ ਹੈਗਾ। ਹੁਣ ਤੱਕ ਦਾ ਰਿਕਾਰਡ ਮੇਰੇ ਖਿਆਲ 90 ਦਿਨ ਤੋਂ ਉੱਪਰ ਜਾਂ ਇਸ ਤੋਂ ਵੀ ਅੱਗੇ ਜਿਹੜਾ ਸੀਗਾ ਸਮੇਂ ਵਾਸਤੇ ਉਹ ਪੁਲਾੜ ਨੂੰ, ਦੁਬੈਦਾ ਉਪਗ੍ਰਹਿ ਨੂੰ ਪੁਲਾੜ ਵਿੱਚ ਭੇਜੇਗਾ। ਉਸ ਦਾ ਸੈਨਜੋਹੋ 13 ਨਾਂ ਦਾ ਇਹ ਪੁਲਾੜ ਹੈਗਾ। 3 ਉਪਗ੍ਰਹਿ ਜਿਹੜੇ ਆ ਉਹਨੇ ਭੇਜਣ ਦਾ ਫੈਸਲਾ ਕੀਤਾ ਆ। ਲਬਨਾਨ ਤੋਂ ਖਬਰ ਆ। ਲਬਨਾਨ ਦੇ ਵਿੱਚ ਬਾਗੀ ਵਿਖਾਵਾਕਾਰੀ, ਆਰਮੀ ਦੇ ਬਾਗੀ ਵਿਖਾਵਾਕਾਰੀ ਅਤੇ ਆਰਮੀ ਦੇ ਵਿਚਕਾਰ ਕਲੈਸ਼ ਹੋਣ ਦੀਆਂ ਖਬਰਾਂ ਆ। 5 ਮੌਤਾਂ ਹੋਈਆਂ ਨੇ। ਜਿਹੜੀ ਈਰਾਨ ਦੀ ਬਾਗੀ ਹੋਈ ਆਰਮੀ ਹੈਗੀ ਆ, ਮਿਲਟਰੀ ਗਰੁੱਪ ਆ ਹੈਜ਼ਬੁੱਲਾਹ, ਈਰਾਨ ਜਿਹੜੀ ਲਬਨਾਨ ਦੀ ਬਾਗੀ ਇੱਕ ਮਿਲਟਰੀ ਗਰੁੱਪ ਹੈਗਾ ਹੈਜ਼ਬੁੱਲਾਹ, ਉਸ ਨੂੰ ਈਰਾਨ ਜਿਹੜਾ ਵਾ ਹੈਲਪ ਕਰ ਰਿਹਾ ਆ, ਸ਼ਹਿ ਦੇ ਰਿਹਾ ਆ, ਜਿਸ ਦੇ ਤਹਿਤ ਆਪਸ ਵਿੱਚ ਕਲੈਸ਼ ਹੋ ਰਿਹਾ। ਕਲੈਸ਼ ਹੋਣ ਦਾ ਜਿਹੜਾ ਕਾਰਨ ਆ ਕਿ ਇਹ ਲੋਕ ਮੰਗ ਕਰ ਰਹੇ ਆ ਕਿ ਪਿਛਲੇ ਸਾਲ ਬੰਬ ਧਮਾਕਿਆਂ ਦੇ ਮਾਮਲੇ ਜੋ ਮੌਜੂਦਾ ਜੱਜ ਜਾਂਚ ਕਰ ਰਿਹਾ ਉਹਨਾਂ ਨੂੰ ਰਿਮੂਵ ਕੀਤਾ ਜਾਵੇ। ਉਹਨਾਂ ਦੇ ਪੱਖਪਾਤ ਕਰਨ ਦਾ ਦੋਸ਼ ਹੈ। ਤਾਈਵਾਨ ਦੇ ਦੱਖਣੀ ਹਿੱਸੇ ਦੇ ਵਿੱਚ ਅੱਗ ਲੱਗਣ ਦੀਆਂ ਖਬਰਾਂ ਹੈਗੀਆਂ ਨੇ। ਭਿਆਨਕ ਅੱਗ ਲੱਗਣ ਨਾਲ ਹੁਣ ਤੱਕ 46 ਲੋਕਾਂ ਦੀ ਮੌਤ ਹੋ ਗਈ ਆ। 32 ਲਾਸ਼ਾਂ ਬਰਾਮਦ ਕਰ ਲਈਆਂ ਗਈਆਂ। 14 ਲਾਸ਼ਾਂ ਦੀ ਅਜੇ ਭਾਲ ਜਾਰੀ ਆ। 13 ਮੰਜ਼ਲੀ ਇਮਾਰਤ ਸੀਗੀ ਜਿਹਨੂੰ ਅੱਗ ਲੱਗੀ ਸੀ। ਜਿਹੜੇ ਕਰਿਊ ਮੈਂਬਰ ਆ ਹਾਲੇ ਤੱਕ ਪੂਰੀ ਜਿਹੜੀ ਉਸ ਦੀ ਕਾਰਵਾਈ ਜਾਰੀ ਆ। ਲੋਕਾਂ ਨੂੰ ਸੇਫ ਬਾਹਰ ਕੱਢਣ ਦੇ ਲਈ ਚਾਰਾ ਕੀਤਾ ਜਾ ਰਿਹਾ। ਇਹ ਅੱਜ ਦੀਆਂ ਕੁਝ ਖਬਰਾਂ ਸੀਗੀਆਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਜੇ ਤੁਹਾਨੂੰ ਪ੍ਰੋਗਰਾਮ ਚੰਗਾ ਲੱਗਦਾ ਹੋਵੇ, ਆਪਣੇ ਵਿਚਾਰ ਟਿੱਪਣੀਆਂ ਸਾਡੇ ਤੱਕ ਜ਼ਰੂਰ ਪਹੁੰਚਾਓ ਤਾਂ ਜੋ ਉਹਦੇ ਮੁਤਾਬਕ ਅਸੀਂ ਆਪਣੇ ਆਪ ਨੂੰ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਈਏ। ਦਾਸ ਗੁਰਮੁਖ ਸਿੰਘ ਬਾਰੀਆ, ਪਿਆਰ ਭਰੀ ਸਤਿ ਸ੍ਰੀ ਅਕਾਲ।